ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ 40 ਡਿਗਰੀ ਤੱਕ ਤਾਪਮਾਨ ਰਿਹਾ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਹਾਲੇ 2 ਦਿਨ ਪੰਜਾਬ ਦੇ ਵਿੱਚ ਹੋਰ ਸਿਖਰਲੀ ਗਰਮੀ ਪੈਣੀ ਹੈ, ਯਾਨੀ ਕਿ ਇਹ ਤਾਪਮਾਨ ਪੰਜਾਬ ਦੇ ਵਿੱਚ 41-42 ਡਿਗਰੀ ਤੱਕ ਵੀ ਪਹੁੰਚ ਸਕਦਾ। ਪਰ 30 ਤੇ 31 ਤਰੀਕ ਨੂੰ ਪੰਜਾਬ ਦੇ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਹੈ ਵੀ ਕੁਝ ਥਾਵਾਂ ਦੇ ਉੱਤੇ ਛਿੱਟੇ ਪੈ ਸਕਦੇ ਆ ਤੇ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਤੇਜ਼ ਹਵਾ ਵੀ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਤਾਓ ਤੇ ਜਿਹੜਾ ਤੂਫਾਨ ਸੀਗਾ ਉਹਦੇ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਯਾਸ ਤੂਫਾਨ ਦੇ ਵੱਲੋਂ ਤਬਾਹੀ ਮਚਾਈ ਗਈ ਹੈ, ਉਹਦੇ ਕਰਕੇ ਵੀ ਸਰਕਾਰਾਂ ਵੀ ਪਰੇਸ਼ਾਨ ਆ ਤੇ ਆਮ ਲੋਕ ਉਹਨਾਂ ਤੋਂ ਵੀ ਵੱਧ ਪਰੇਸ਼ਾਨ ਆ। ਹਾਲਾਂਕਿ ਲੱਖਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ, ਪਰ ਫਿਰ ਵੀ ਜਿਸ ਤਰੀਕੇ ਨਾਲ ਮਕਾਨਾਂ ਦੇ ਨੁਕਸਾਨ ਹੋਣ ਦੀ ਖਬਰ ਆਈ ਹੈ, ਜਿਸ ਤਰੀਕੇ ਦੇ ਨਾਲ ਜਨ ਜੀਵਨ ਪ੍ਰਭਾਵਿਤ ਹੋ ਰਿਹਾ, ਉਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਤੇ ਦੁਖਦਾਈ ਖਬਰਾਂ ਆ ਸਕਦੀਆਂ। ਪਰ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਵੀ ਸਾਰਾ ਕੁਝ ਠੀਕ ਰਹੇ, ਹਰ ਕੋਈ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਜਿਵੇਂ ਕਿ ਪਿਛਲੇ ਤੂਫਾਨ ਦੇ ਵਿੱਚ ਹੋਇਆ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਸ ਵਕਤ ਬੜੀ ਦੁਖਦਾਈ ਵੀ ਹੈ, ਇਸ ਕਰਕੇ ਕਿਉਂਕਿ 6 ਮਹੀਨੇ ਕਿਸਾਨ ਅੰਦੋਲਨ ਨੂੰ ਚੱਲਦਿਆਂ ਹੋ ਗਏ ਆ, ਪਰ ਹਾਲੇ ਤੱਕ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੀ ਬਾਤ ਨਹੀਂ ਪੁੱਛੀ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ 26 ਤਰੀਕ ਨੂੰ ਹੀ, ਯਾਨੀ ਕਿ ਲੰਘੇ ਕੱਲ੍ਹ, ਕੇਂਦਰ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਏ, ਯਾਨੀ ਕਿ ਬੀਜੇਪੀ ਨੂੰ 7 ਸਾਲ ਹੋ ਗਏ ਭਾਰਤ ਦੇ ਵਿੱਚ ਰਾਜ ਕਰਦਿਆਂ। ਪਹਿਲੀ ਟਰਮ ਦੇ ਵਿੱਚ 5 ਵਰ੍ਹੇ ਤੇ ਹੋਣ ਵਾਲੇ ਸਮੇਂ ਦੇ ਵਿੱਚ 2 ਸਾਲ ਹੋ ਚੁੱਕੇ ਆ। 7 ਸਾਲਾਂ ਦੇ ਵਿੱਚ ਕੀ ਕੁਝ ਭਾਰਤ ਦੀ ਝੋਲੀ ਦੇ ਵਿੱਚ ਪਿਆ ਤੇ ਕੀ ਕੁਝ ਭਾਰਤ ਦੇ ਕੋਲੋਂ ਖੁੱਸਿਆ, ਇਹਦੇ ਬਾਬਤ ਜੇਕਰ ਅਸੀਂ ਤਫਸੀਲ ਦੇ ਵਿੱਚ ਗੱਲ ਕਰਨ ਲੱਗੇ ਤਾਂ ਹੋ ਸਕਦਾ ਕਈ ਘੰਟੇ ਦਾ ਇਹ ਪ੍ਰੋਗਰਾਮ ਕਰਨਾ ਪਵੇ। ਪਰ ਗੱਲ ਸਿਰਫ ਇੰਨੀ ਆ, 2014 ਦੀਆਂ ਚੋਣਾਂ ਤੋਂ ਪਹਿਲਾਂ ਜੋ ਕਿਹਾ ਗਿਆ ਸੀਗਾ ਕਿ ਪੈਟਰੋਲ ਦਾ ਜਿਹੜਾ ਭਾਅ ਇੰਨਾ ਵਧਾ ਦਿੱਤਾ ਯੂਪੀਏ ਦੀ ਸਰਕਾਰ ਨੇ, ਜੇਕਰ ਸਾਨੂੰ ਮੌਕਾ ਮਿਲੇ ਤਾਂ ਇਹ 30-35 ਰੁਪਏ ਲੀਟਰ ਵੀ ਹੋ ਸਕਦਾ। ਕੀ ਉਹ 30-35 ਰੁਪਏ ਹੋਇਆ? ਕੀ ਇਹ 100 ਤੋਂ ਪਾਰ ਹੋਇਆ ਕਿ ਨਹੀਂ? ਅੱਜ ਦੀ ਤਰੀਕ ਦੇ ਵਿੱਚ ਕਈ ਸੂਬਿਆਂ ਦੇ ਅੰਦਰ ਜਿਹੜਾ ਉਦੋਂ ਸਿਲੰਡਰ 450 ਰੁਪਏ ਜਾਂ 400 ਰੁਪਏ ਦਾ ਸੀ, ਅੱਜ ਉਹ 900 ਤੋਂ ਲੈ ਕੇ 1000 ਰੁਪਏ ਦਾ ਮਿਲਦਾ। ਕੀ ਇਹ ਭਾਅ ਘਟ ਗਿਆ ਜਾਂ ਵੱਧ ਗਿਆ? ਸਾਨੂੰ ਨਹੀਂ ਇਸ ਗੱਲ ਦਾ ਪਤਾ, ਨਾ ਬਹੁ ਗਿਣਤੀ ਲੋਕਾਂ ਨੂੰ, ਭਾਰਤੀਆਂ ਨੂੰ ਪਤਾ। ਉਹ ਜੋ ਕਮਾਉਂਦੇ ਆ ਸੋ ਖਾਂਦੇ ਆ, ਉਹਨਾਂ ਨੂੰ ਗੁਣਾ ਘਟਾਓ ਦਾ ਪਤਾ ਨਹੀਂ, ਜਰਬਾ ਤਕਸੀਮਾਂ ਦਾ ਕਿਸੇ ਨੂੰ ਵੀ ਨਹੀਂ ਪਤਾ ਵੀ ਡਾਲਰ ਦੇ ਮੁਕਾਬਲੇ ਰੁਪਈਆ ਕਮਜ਼ੋਰ ਕਾਹਤੋਂ ਹੁੰਦਾ, ਅਰਥ ਵਿਵਸਥਾ ਦੇ ਵਿੱਚ ਖੜੋਤ ਕਿਹੜੀ ਗੱਲੋਂ ਆਈ ਹੈ, ਸ਼ੇਅਰ ਬਾਜ਼ਾਰ ਤਾਂ ਨੂੰ ਕਿਉਂ ਜਾਂਦਾ ਤਾਂ ਠਾਹ ਨੂੰ ਕਿਉਂ ਆਉਂਦਾ। ਇਹ ਆਮ ਲੋਕਾਂ ਦੇ ਹਿੱਸੇ ਆਉਂਦੀਆਂ ਗੱਲਾਂ ਨਹੀਂ, ਇਹ ਵਪਾਰੀਆਂ ਦੀਆਂ, ਕਾਰੋਬਾਰੀਆਂ ਦੀਆਂ, ਜੋ ਬਿਜ਼ਨਸ ਕਰਦੇ ਆ, ਉਹ ਬਿਜ਼ਨਸ ਮੈਨੇਜਮੈਂਟ ਕਰਦੇ ਆ, ਉਹਨਾਂ ਦੀ ਸਮਝ ਦਾ ਹਿੱਸਾ ਹੋ ਸਕਦੀਆਂ। ਪਰ ਆਮ ਲੋਕ ਇਹ ਸੋਚਦੇ ਆ ਵੀ ਕੀ ਸਾਡੀ ਰਸੋਈ ਦੇ ਵਿੱਚ ਪਹਿਲਾਂ ਨਾਲੋਂ ਘੱਟ ਚੀਜ਼ਾਂ ਜਾਂ ਵੱਧ ਚੀਜ਼ਾਂ, ਕੀ ਪੈਸੇ ਦੀ ਕੀਮਤ ਪਹਿਲਾਂ ਜਿੰਨੀ ਆ ਜਾਂ ਵਧੀ ਘਟੀ ਹੈ? ਲੋਕਾਂ ਦੀ ਝੋਲੀ ਦੇ ਵਿੱਚ ਦੁੱਖ ਕਿੰਨੇ ਪਏ ਆ? ਲੋਕਾਂ ਨਾਲ ਵਾਅਦੇ ਕੀ ਕੀਤੇ ਸੀ 14 ਦੇ ਵਿੱਚ ਤੇ ਕੀ ਕੀਤੇ 2019 ਦੇ ਵਿੱਚ? ਇਹ ਜਦੋਂ ਆਪਾਂ ਮੂਹਰੇ ਰੱਖ ਲੈਂਦੇ ਆ ਤਾਂ ਬਹੁਤ ਸਾਰੀਆਂ ਗੱਲਾਂ ਜ਼ਿਹਨ ਦੇ ਵਿੱਚ ਆਉਂਦੀਆਂ, ਪਰ ਸਾਡੇ ਦਰਸ਼ਕ ਵੀ ਜਾਣਦੇ ਆ ਵੀ ਕੀ ਹੋਇਆ ਲੰਘੇ ਵੇਲੇ ਦੇ ਵਿੱਚ ਤੇ ਕੀ ਨਹੀਂ। ਇਹ ਸਰਕਾਰ ਦੀਆਂ ਨੀਤੀਆਂ ਦੇ ਕਰਕੇ ਹੀ ਆ ਵੀ 6 ਮਹੀਨੇ ਤੋਂ ਕਿਸਾਨ ਵੀ ਬਾਰਡਰਾਂ ਦੇ ਉੱਤੇ ਬੈਠੇ ਆ। ਪਰ ਸਵਾਲ ਹੁਣ ਇਹ ਪੈਦਾ ਹੁੰਦਾ ਵੀ ਕਾਲਾ ਦਿਵਸ ਵੀ ਬਣਾ ਲਿਆ, ਬਾਰਡਰਾਂ ਦੇ ਉੱਤੇ ਭੈਣਾਂ ਦੇ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਹੱਥਾਂ 'ਚ ਝੰਡੇ ਫੜ ਕੇ ਪ੍ਰਦਰਸ਼ਨ ਕੀਤਾ ਗਿਆ। ਜਿਹੜੇ ਵੀਰ ਆ ਉਹ ਪੱਗਾਂ ਬੰਨ੍ਹ ਕੇ ਜਾਂ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਪਹੁੰਚੇ, ਹੱਥਾਂ 'ਚ ਝੰਡੇ ਫੜ ਕੇ। ਵਹੀਕਲਾਂ ਦੇ ਉੱਤੇ ਵੀ ਝੰਡੇ ਲੱਗੇ ਕਾਲੇ ਤੇ ਵੱਖ-ਵੱਖ ਘਰਾਂ ਦੇ ਉੱਤੇ ਵੀ ਕਾਲੇ ਝੰਡੇ ਲੱਗੇ ਆ। ਪਰ ਸਿੱਟਾ ਕੀ ਨਿਕਲੂਗਾ ਇਸ ਕਿਸਾਨ ਅੰਦੋਲਨ ਦਾ? ਕੀ ਤਿੰਨੇ ਖੇਤੀ ਕਾਨੂੰਨ ਰੱਦ ਹੋਣਗੇ ਜਾਂ ਇਹ ਲੰਮਾ ਸਮਾਂ ਅੰਦੋਲਨ ਚੱਲੂਗਾ? ਇਹ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਸਵਾਲ ਉੱਠਦੇ ਆ, ਬੇਸ਼ੱਕ ਦੇਸ਼ ਦੇ ਵਿੱਚ ਰਹਿੰਦਾ ਹੋਵੇ ਜਾਂ ਵਿਦੇਸ਼ ਦੇ ਵਿੱਚ ਰਹਿੰਦਾ ਹੋਵੇ। ਪਰ ਹੁਣ ਇੱਕ ਗੱਲ ਹੋਰ ਹੈ ਵੀ ਵਿਦੇਸ਼ੀ ਮੀਡੀਆ ਤਾਂ ਬੇਸ਼ੱਕ ਕਿਸਾਨੀ ਦੇ ਪੱਖ ਦੇ ਵਿੱਚ ਬੋਲਦਾ, ਪਰ ਗੋਦੀ ਮੀਡੀਆ ਦੇ ਵੱਲੋਂ ਤੇ ਕੁਝ ਕੁ ਹੋਰ ਜਿਹੜੀਆਂ ਵੈਬਸਾਈਟਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਾਰਡਰਾਂ ਦੇ ਉੱਤੇ ਹੁਣ ਕਿਸਾਨ ਬਹੁਤ ਘਟ ਗਏ ਆ, ਪਰ ਜਜ਼ਬੇ ਦੇ ਵਿੱਚ ਕਮੀ ਨਹੀਂ। ਨਾਲ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ, ਇਹ ਵੀ ਗੱਲ ਲਿਖੀ ਗਈ ਹੈ ਕਿ ਕਿਸਾਨ ਆ ਜਿਹੜੇ ਉਹ 6 ਮਹੀਨੇ ਪੈਣ ਦੇ ਕਰਕੇ ਹੁਣ ਆਪੋ ਆਪਣੇ ਕੰਮਾਂ ਦੇ ਵਿੱਚ ਮਸਰੂਫ ਹੋ ਗਏ ਆ। ਇਹਦੇ ਵਿੱਚ ਕੋਈ ਦੋ ਰਾਇਆ ਵੀ ਨਹੀਂ, ਕੋਈ ਝੂਠ ਵੀ ਨਹੀਂ, ਕਿਉਂਕਿ 6 ਮਹੀਨੇ ਆਪਾਂ ਕਿਸੇ ਨੂੰ ਇਹ ਗੱਲ ਕਹੀਏ ਵੀ ਆਹ ਮਖਮਲੀ ਗੱਦਾ ਹੈਗਾ, ਇਹਦੇ ਉੱਤੇ ਪਏ ਰਹਿਣਾ। ਜੇ ਸਿਆਲ ਆ ਹੀਟਰ ਲੱਗਾ ਹੋਊਗਾ, ਗਰਮੀ ਆ ਏਸੀ ਲੱਗਾ ਹੋਊਗਾ, ਤੇ ਤੂੰ ਜੋ ਚਾਹੁੰਦਾ ਨੌਨ ਵੈਜ ਵੈਜ ਜੋ ਮਰਜ਼ੀ ਖਾ ਪੀ ਮੌਜਾਂ ਲੁੱਟ, ਕੋਈ ਉਸ ਕਮਰੇ ਦੇ ਵਿੱਚ ਵੀ ਰਹਿ ਨਹੀਂ ਸਕਦਾ। ਬਾਰਡਰਾਂ ਦੇ ਉੱਤੇ ਫਿਰ ਵੀ ਕਿਸਾਨ ਟਿਕੇ ਹੋਏ ਆ ਤੇ ਟਿਕੇ ਹੋਏ ਕਿਸਾਨਾਂ ਨੂੰ ਸਲਾਮ ਕਰਨੀ ਬਣਦੀ ਹੈ। ਹਰਜੀਤ ਗਰੇਵਾਲ ਨੇ ਬੇਸ਼ੱਕ ਲੰਘੇ ਕੱਲ੍ਹ ਵੀ ਕਿਹਾ ਵੀ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਕਿਸਾਨ ਅੰਦੋਲਨ ਦਾ ਅਸਰ ਦੇਖਣ ਨੂੰ ਮਿਲਦਾ। ਆ ਜਿਹੜਾ ਕਾਲਾ ਦਿਵਸ ਬਣਾਇਆ ਇਹ 4 ਜ਼ਿਲ੍ਹਿਆਂ ਦੇ ਵਿੱਚ ਹੈਗਾ, ਇਹਨੂੰ ਕੌਣ ਪੁੱਛਦਾ? ਕਿੰਨੀ ਕੁ ਵੱਡੀ ਗੱਲ ਹੈਗੀ ਆ? ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ ਦਾ ਖਾ ਕੇ, ਖੇਤੀ ਨਾਲ ਜੁੜ ਕੇ ਵੀ ਪੰਜਾਬ ਦੇ ਨੇਤਾ ਹੀ ਇਹੋ ਜਿਹੀਆਂ ਗੱਲਾਂ ਆਪਣੇ ਮੂੰਹ ਦੇ ਵਿੱਚੋਂ ਕੱਢਦੇ ਆ। ਪਰ ਹੁਣ BBC ਦੀ ਇੱਕ ਰਿਪੋਰਟ ਆਈ ਆ, ਉਸ ਰਿਪੋਰਟ ਦੇ ਵਿੱਚ ਇੱਕ ਮਾਹਰ ਦੇ ਨਾਲ ਗੱਲਬਾਤ ਕੀਤੀ ਗਈ ਆ ਕਿ ਆਉਂਦੇ ਸਮੇਂ ਦੇ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਦੇ ਬਾਰੇ ਹੋ ਕੀ ਸਕਦਾ। ਭਰੋਸੇਯੋਗ ਸੂਤਰ ਇਹ ਵੀ ਗੱਲ ਕਹਿੰਦੇ ਆ ਕਿ BJP ਤੇ RSS ਦੇ ਅੰਦਰ ਵੀ ਇਸ ਵਕਤ ਖਲਬਲੀ ਮੱਚੀ ਹੋਈ ਹੈ ਵੀ ਕਿਸਾਨੀ ਅੰਦੋਲਨ ਕਿਸੇ ਨਾ ਕਿਸੇ ਮੋੜ ਦੇ ਉੱਤੇ ਲਿਜਾ ਕੇ ਹੁਣ ਨਿਪਟਾਇਆ ਜਾਵੇ। ਉਹ ਗੱਲ ਕਹੀ ਜਾ ਰਹੀ ਹੈ ਵੀ ਜੇਕਰ ਅਸੀਂ ਇਸ ਵਕਤ ਵੀ ਅੰਦੋਲਨ ਦੇ ਬਾਬਤ ਨਾ ਸੋਚਿਆ ਤਾਂ ਨੁਕਸਾਨ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਕਈ ਹੋਰ ਸੂਬਿਆਂ
ਦੇ ਵਿੱਚ ਹੋਣਾ ਕੁਦਰਤੀ ਹੈ। ਇਹ ਵੀ ਮੰਨਿਆ ਜਾ ਰਿਹਾ ਵੀ ਅਗਲੇ ਮਹੀਨੇ ਦੇ ਵਿੱਚ ਸ਼ਾਇਦ ਅਮਿਤ ਸ਼ਾਹ ਹੋਰੀ ਪੰਜਾਬ ਦੇ ਵਿੱਚ ਵੀ ਆਉਣ, ਅੰਦਾਜ਼ੇ ਆ ਇਸ ਗੱਲ ਦੇ। ਸੋ ਕੀ ਬੀਜੇਪੀ ਦੇ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਜਾਂ ਕੀ ਆਉਂਦੇ ਸਮੇਂ ਦੇ ਵਿੱਚ ਨਵਾਂ ਮੋੜ ਕੱਟਿਆ ਜਾ ਸਕਦਾ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਦਿੱਲੀ ਦੀਆਂ ਹੱਦਾਂ ਦੇ ਉੱਤੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਸਮੇਤ ਕਈ ਸੂਬਿਆਂ ਦੇ ਕਿਸਾਨ 6 ਮਹੀਨਿਆਂ ਤੋਂ ਡੇਰੇ ਲਾਏ ਬੈਠੇ ਨੇ। ਇਸ ਦਰਮਿਆਨ 400 ਤੋਂ ਵੱਧ ਕਿਸਾਨਾਂ ਦੀ ਜ਼ਿੰਦਗੀ ਵੀ ਚਲੀ ਗਈ ਹੈ। ਕੇਂਦਰ ਸਰਕਾਰ ਨਾਲ 11 ਮੀਟਿੰਗਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਸਰਕਾਰ 1.5 ਤੋਂ 2 ਸਾਲ ਦੇ ਲਈ ਕਾਨੂੰਨ ਹੋਲਡ ਕਰਨ ਦੀ ਤਜਵੀਜ਼ ਦੇ ਚੁੱਕੀ ਹੈ, ਪਰ ਕਿਸਾਨ ਕਾਨੂੰਨ ਨੂੰ ਲੋਕ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਰੱਦ ਕਰਨ ਦੀ ਮੰਗ ਦੇ ਉੱਤੇ ਅੜੇ ਹੋਏ ਨੇ। ਇੱਥੇ ਵੀ ਦੱਸਣਾ ਬਣਦਾ ਵੀ PRS ਲੈਜਿਸਲੇਟਿਵ ਰਿਸਰਚ ਦੇ ਸਹਿ ਸੰਸਥਾਪਕ ਤੇ ਪ੍ਰਧਾਨ MR ਮਾਧਵਨ ਦੀ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸੰਸਥਾ ਭਾਰਤ ਦੀ ਸੰਸਦ ਦੇ ਕੰਮਕਾਜ ਦਾ ਤਫਸੀਲ ਦੇ ਵਿੱਚ ਲੇਖਾ ਜੋਖਾ ਰੱਖਦੀ ਹੈ। ਉਹਨਾਂ ਦਾ ਕਹਿਣਾ ਕਿ ਸੁਪਰੀਮ ਕੋਰਟ ਦੇ ਕੋਲ ਇਸ ਗੱਲ ਦੇ ਉੱਤੇ ਫੈਸਲਾ ਸੁਣਾਉਣ ਦਾ ਅਧਿਕਾਰ ਹੈ ਕਿ ਨਵੇਂ ਖੇਤੀ ਕਾਨੂੰਨ ਸੰਵਿਧਾਨਕ ਹਨ ਜਾਂ ਫਿਰ ਨਹੀਂ। ਇਹ ਅਧਿਕਾਰ ਸੁਪਰੀਮ ਕੋਰਟ ਨੂੰ ਭਾਰਤ ਦੇ ਸੰਵਿਧਾਨ ਤੋਂ ਹੀ ਮਿਲੇ ਨੇ। ਕੋਰਟ ਦਾ ਫੈਸਲਾ ਆਉਣ ਤੱਕ ਨਵੇਂ ਖੇਤੀ ਕਾਨੂੰਨ ਰੱਦ ਕਰਨ ਦਾ ਅਧਿਕਾਰ ਵੀ ਉਹਨਾਂ ਕੋਲ ਹੈ, ਪਰ ਇਹ ਕਾਨੂੰਨ ਸਹੀ ਹਨ ਜਾਂ ਨਹੀਂ ਇਹਦੇ ਉੱਤੇ ਫੈਸਲਾ ਸੁਣਾਉਣ ਦਾ ਅਧਿਕਾਰ ਸੁਪਰੀਮ ਕੋਰਟ ਦੇ ਕੋਲ ਹਾਲੇ ਨਹੀਂ। ਸੁਪਰੀਮ ਕੋਰਟ ਮਾਮਲੇ ਦੀ ਅਗਲੀ ਸੁਣਾਈ ਦੇ ਵਿੱਚ ਕਾਨੂੰਨ ਸੰਵਿਧਾਨਕ ਹਨ ਜਾਂ ਨਹੀਂ ਇਹਦੇ ਉੱਤੇ ਫੈਸਲਾ ਸੁਣਾ ਦੇਵੇ। ਜੇ ਕਾਨੂੰਨ ਨੂੰ ਸੰਵਿਧਾਨਕ ਕਰਾਰ ਦਿੱਤਾ ਜਾਂਦਾ ਤਾਂ ਕੇਂਦਰ ਸਰਕਾਰ ਦੇ ਕੋਲੇ 2 ਰਸਤੇ ਹੋਣਗੇ। ਪਹਿਲਾ ਇਹ ਕਿ ਸਰਕਾਰ ਇਸੇ ਰੂਪ ਦੇ ਵਿੱਚ ਨਵੇਂ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਅੱਗੇ ਵੱਧ ਸਕਦੀ ਹੈ, ਫਿਰ ਉਸ ਦੇ ਨਤੀਜੇ ਭਾਵੇਂ ਜਿਵੇਂ ਕਿਵੇਂ ਵੀ ਹੋਣ। ਪਰ ਦੂਜਾ ਇਹਦੇ ਵਿੱਚ ਇਹ ਮਸਲਾ ਹੋ ਸਕਦਾ ਹੈ ਕਿ ਕੋਰਟ ਇਸ ਨੂੰ ਸੰਵਿਧਾਨਕ ਕਰਾਰ ਦੇਵੇ ਤਾਂ ਉਸ ਤੋਂ ਬਾਅਦ ਵੀ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਸਲਾਹ ਦੇ ਉੱਤੇ ਕਾਨੂੰਨ ਦੇ ਵਿੱਚ ਕੁਝ ਬਦਲਾਅ ਕਰ ਸਕਦੀ ਹੈ। ਜੇ ਸੁਪਰੀਮ ਕੋਰਟ ਦੇ ਵੱਲੋਂ ਕਾਨੂੰਨ ਅਸੰਵਿਧਾਨਕ ਕਰਾਰ ਦਿੱਤਾ ਜਾਂਦਾ ਹੈ ਤਾਂ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਸੰਸਦ ਦੇ ਵਿੱਚ ਲਿਜਾ ਸਕਦੀ ਹੈ ਤੇ ਨਵੇਂ ਸਿਰੇ ਤੋਂ ਚਰਚਾ ਕਰਵਾ ਕੇ ਬਦਲੇ ਹੋਏ ਕਾਨੂੰਨ ਪਾਸ ਕਰਵਾ ਸਕਦੀ ਹੈ। ਮਾਧਵਨ ਦਾ ਕਹਿਣਾ ਕਿ ਫਿਲਹਾਲ ਜਦੋਂ ਕਾਨੂੰਨ ਉੱਤੇ ਸੁਪਰੀਮ ਕੋਰਟ ਵੱਲੋਂ ਰੋਕ ਹੈ, ਅਜਿਹੇ ਵਿੱਚ ਕੇਂਦਰ ਸਰਕਾਰ ਨੇ ਉਸ ਦੇ ਲਈ ਨਿਯਮ ਨਹੀਂ ਬਣਾਏ ਹਨ ਤੇ ਨਾ ਹੀ ਉਹ ਅਜਿਹਾ ਤੁਰੰਤ ਕਰਨ ਦੇ ਲਈ ਬੰਨੀ ਹੋਈ ਹੈ। ਦਰਅਸਲ ਕਾਨੂੰਨ ਪਾਸ ਹੋਣ ਤੋਂ ਬਾਅਦ ਉਸ ਦੀ ਤਜਵੀਜ਼ ਬਣਾਉਣ ਦੇ ਲਈ ਕੋਈ ਸਮਾਂ ਨਿਰਧਾਰਤ ਨਹੀਂ ਹੈ। ਜਿਵੇਂ ਕਿ ਲੋਕਪਾਲ ਬਿੱਲ ਨਾਲ ਹੋਇਆ, ਭਾਰਤ ਦੇ ਵਿੱਚ ਲੋਕਪਾਲ ਕਾਨੂੰਨ ਸੰਸਦ ਨੇ ਪਾਸ ਕਰ ਦਿੱਤਾ, ਪਰ ਲੋਕਪਾਲ ਦੀ ਨਿਯੁਕਤੀ ਅੱਜ ਤੱਕ ਨਹੀਂ ਹੋਈ। ਬਿਲਕੁਲ ਉਸੇ ਤਰੀਕੇ ਦੇ ਨਾਲ ਖੇਤੀ ਕਾਨੂੰਨਾਂ ਦੇ ਉੱਤੇ ਵੀ ਸੰਭਵ ਹੈ। MR ਮਾਧਵਨ ਨੇ ਇਹ ਜਾਣਕਾਰੀ BBC ਦੇ ਨਾਲ ਗੱਲਬਾਤ ਕਰ ਦਿੱਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ 6 ਮਹੀਨੇ ਤੋਂ ਬੈਠੇ ਹੋਏ ਬਾਰਡਰਾਂ ਦੇ ਉੱਤੇ ਕਿਸਾਨ ਇੱਕੋ ਗੱਲ ਕਹਿ ਰਹੇ ਆ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਤੇ MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਲੈ ਕੇ ਫਿਰ ਵਾਪਸ ਜਾਵਾਂਗੇ, ਨਹੀਂ ਤਾਂ ਅਸੀਂ ਨਹੀਂ ਜਾਂਦੇ। ਜਾਂ ਅਸੀਂ ਮਰ ਕੇ ਜਾਵਾਂਗੇ ਜਾਂ ਅਸੀਂ ਜਿੱਤ ਕੇ ਜਾਵਾਂਗੇ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਬਾਰਡਰਾਂ ਦੇ ਉੱਤੇ ਇਕੱਠ ਘਟਿਆ। ਜੇ ਅਸੀਂ ਇਹ ਗੱਲ ਨੂੰ ਨਾ ਕਬੂਲੀਏ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਪੱਖਪਾਤੀ ਹਾਂ। ਨਿਰਪੱਖਤਾ ਇਹੀ ਗੱਲ ਕਹਿੰਦੀ ਹੈ ਕਿ ਬਾਰਡਰਾਂ ਦੇ ਉੱਤੇ ਇਕੱਠ ਘਟਿਆ ਪਰ ਜਜ਼ਬਾ ਨਹੀਂ ਘਟਿਆ। ਜਜ਼ਬਾ ਬਿਲਕੁਲ ਬਰਕਰਾਰ ਹੈ। ਜਦੋਂ ਹੁਣ ਕੋਈ ਵੀ ਪ੍ਰੋਗਰਾਮ ਨਵਾਂ ਉਲੀਕਿਆ ਜਾਂਦਾ, ਕਿਸਾਨ ਬਾਰਡਰਾਂ ਦੇ ਉੱਤੇ ਵਹੀਰਾਂ ਘੱਤ ਕੇ ਪਹੁੰਚਦੇ ਆ। ਹੁਣ ਜਦੋਂ ਕਰੋਨਾ ਮਹਾਮਾਰੀ ਦਾ ਸਿਖਰ ਹੈ ਤਾਂ ਫਿਰ ਕਿਸਾਨ ਬਾਰਡਰਾਂ ਦੇ ਵੱਲ ਜਾਣੇ ਵੀ ਨਹੀਂ ਚਾਹੀਦੇਗੇ, ਕਿਉਂਕਿ ਜਿਹੜੇ ਉੱਥੇ ਬੈਠੇ ਆ ਉਹ ਉੱਥੇ ਆ, ਜਿਹੜੇ ਆਉਂਦੇ ਆ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਚਲੇ ਜਾਂਦੇ ਆ। ਕਿਉਂਕਿ ਇਸ ਵਕਤ ਆਪਾਂ ਜ਼ਿੰਦਗੀ ਨੂੰ ਵੀ ਸਲਾਮਤ ਰੱਖਣਾ, ਇਸ ਵਕਤ ਅੰਦੋਲਨ ਨੂੰ ਵੀ ਅੱਗੇ ਵਧਾਉਣਾ। ਕਿਸਾਨ ਆਗੂਆਂ ਨੇ ਹੀ ਇਹ ਗੱਲ ਕਹੀ ਸੀ ਕਿ ਬਾਰਡਰਾਂ ਦੇ ਉੱਤੇ ਬਹੁਤਾ ਇਕੱਠ ਨਾ ਕਰੋ। 26 ਤਰੀਕ ਦੇ ਮੱਦੇਨਜ਼ਰ ਤੁਸੀਂ ਜਿਹੜੇ ਵੀ ਪਿੰਡ ਦੇ ਵਿੱਚ ਆ, ਜਿੱਥੇ ਵੀ ਕਸਬੇ ਦੇ ਵਿੱਚ ਆ, ਆਪਣੇ ਤਰੀਕੇ ਦੇ ਨਾਲ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰੋ। ਸੋ ਮੰਨਿਆ ਇਹ ਜਾ ਰਿਹਾ ਵੀ ਜਿਸ ਤਰੀਕੇ ਦੇ ਨਾਲ ਲੰਘੇ ਕੱਲ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਆ, ਉਹਦੇ ਤੋਂ ਬਾਅਦ BJP ਨੂੰ ਸੋਚਣ ਵਿਚਾਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ। ਆਸ ਇਸ ਗੱਲ ਦੀ ਕੀਤੀ ਜਾ ਰਹੀ ਹੈ, ਹਾਲਾਂਕਿ ਅਸੀਂ ਚਾਹੁੰਦੇ ਵੀ ਇਹ ਆਸ ਸੱਚੀ ਵੀ ਸਾਬਤ ਹੋਵੇ ਕਿ ਆਉਂਦੇ ਕੁਝ ਕੁ ਹਫ਼ਤਿਆਂ ਦੇ ਵਿੱਚ ਸ਼ਾਇਦ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਇੱਕ ਨਵੀਂ ਮੀਟਿੰਗ ਤੈਅ ਕੀਤੀ ਜਾਵੇ। ਹੋ ਸਕਦਾ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਪਰ ਕਿਸਾਨ ਇਹ ਗੱਲ ਕਹਿੰਦੇ ਆ ਵੀ ਭਾਵੇਂ 2024 ਤੱਕ ਇਹ ਮਾਮਲਾ ਚੱਲੇ, ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ। ਸੋ ਜ਼ਰੂਰਤ ਸਮੇਂ ਦੀ ਇਹੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਕਿਸਾਨ ਦਾ ਕਸੂਰ ਕੀ ਹੈ, ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਨਾ ਚਾਹੁੰਦਾ ਜਿਹੜੇ ਲੋਕ ਇਹ ਗੱਲ ਕਹਿੰਦੇ ਇਹ ਤਾਂ ਵਿਕੇ ਹੋਏ ਹਨ, ਇਹ ਤਾਂ ਅੰਦੋਲਨ ਜੀਵੀ ਹਨ, ਇਹ ਤਾਂ ਆਤੰਕਵਾਦੀ ਹਨ, ਇਹ ਤਾਂ ਫੰਡੀਆਂ ਵਾਲੇ ਹਨ, ਇਹ ਤਾਂ ਪਿਕਨਿਕਾਂ ਵਾਲੇ ਹਨ। ਕਸੂਰ ਉਹਨਾਂ ਦਾ ਸਿਰਫ ਇੰਨਾ ਕਿ ਉਹ ਮਿੱਟੀ ਨਾਲ ਮਿੱਟੀ ਹੁੰਦੇ ਆ। ਕਸੂਰ ਉਹਨਾਂ ਦਾ ਸਿਰਫ ਇੰਨਾ ਕਿ ਉਹ ਅੱਖਾਂ ਬੰਦ ਕਰਕੇ ਵੋਟਾਂ ਪਾ ਬੈਠੇ ਆ। ਕਸੂਰ ਉਹਨਾਂ ਦਾ ਇੰਨਾ ਕਿ ਉਹ ਬਿਲਕੁਲ ਹਿੰਸਕ ਨਹੀਂ ਹੋਏਗੇ ਤੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ ਤੇ ਉਹਨਾਂ ਦੇ ਉੱਤੇ ਡਲੇ ਵੀ ਮਾਰੇ ਗਏ ਆ, ਉਹਨਾਂ ਦੇ ਉੱਤੇ ਡਾਂਗ ਵੀ ਫੇਰੀ ਗਈ ਆ। ਇਹਨਾਂ ਦੇ ਵਿੱਚ ਕਿਸਾਨਾਂ ਦਾ ਕਤਲ ਵੀ ਕੀਤਾ ਗਿਆ। ਕਤਲ ਸ਼ਬਦ ਮੈਂ ਤਾਂ ਵਰਤਦਾ ਕਿਉਂਕਿ 450 ਦੇ ਕਰੀਬ ਕਿਸਾਨ ਆ, ਜਿਹੜੇ ਮਜ਼ਦੂਰ ਆ, ਜਿਹੜੇ ਉਹ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ। ਜੇਕਰ ਸਾਰਾ ਕੁਝ ਠੀਕ ਹੁੰਦਾ ਤਾਂ ਕਿਸਾਨ ਆਪਣੇ ਘਰਾਂ ਦੇ ਵਿੱਚ ਹੁੰਦੇ, ਮਜ਼ਦੂਰ ਘਰਾਂ ਦੇ ਵਿੱਚ ਹੁੰਦੇ, ਕਤਲ ਹੋਣਾ ਹੀ ਨਹੀਂ ਸੀ, ਯਾਨੀ ਕਿ ਮੌਤ ਹੋਣੀ ਨਹੀਂ ਸੀ, ਭਾਵੇਂ ਉਹ ਕਿਸੇ ਵੀ ਕਾਰਨ ਦੇ ਕਰਕੇ ਕਿਉਂ ਨਾ ਹੋਈ ਹੋਵੇ। ਸੋ ਹਾਲਾਤ ਇਸ ਵਕਤ ਬਹੁਤ ਕੁਝ ਦੀ ਮੰਗ ਕਰਦੇ ਆ, ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਪਾਸੇ ਗੌਰ ਫਰਮਾਈ ਨਹੀਂ ਕੀਤੀ ਗਈ। BJP ਤੇ RSS ਦੀ ਚਿੰਤਾ ਇਸ ਗੱਲ ਦੇ ਵੱਲ ਆ ਵੀ ਜੇਕਰ ਕਿਸਾਨ ਇਸੇ ਤਰੀਕੇ ਦੇ ਨਾਲ ਵਿਰੋਧ ਦੇ ਰਾਹ ਦੇ ਉੱਤੇ ਰਹੇ,
ਜੇਕਰ ਕਿਸਾਨ ਇਸੇ ਤਰੀਕੇ ਨਾਲ ਆਪਣੇ ਅੰਦੋਲਨ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ, ਭਖਾਉਂਦੇ ਰਹੇ, ਤਾਂ ਯੂਪੀ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਪੰਗਾ ਖੜਾ ਹੋ ਸਕਦਾ ਹੈ। ਤੇ 7-8 ਮਹੀਨਿਆਂ ਬਾਅਦ ਯੂਪੀ ਤੇ ਕਈ ਹੋਰ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਬੀਜੇਪੀ ਦਾ ਪਾਣੀ ਲੱਥਿਆ ਹੋਇਆ, ਇਹਦੇ ਬਾਬਤ ਬੀਜੇਪੀ ਦੇ ਆਗੂ ਵੀ ਜਾਣਦੇ ਆ ਤੇ ਇਹਦੇ ਬਾਬਤ ਆਮ ਲੋਕ ਵੀ ਜਾਣਦੇ ਆ। ਸੋ ਇਸ ਕਰਕੇ ਬੀਜੇਪੀ ਤੇ ਆਰਐਸਐਸ ਦੀਆਂ ਮੀਟਿੰਗਾਂ ਅੰਦਰ ਖਾਤੇ ਚੱਲਦੀਆਂ ਵੀ ਜਿਵੇਂ ਕਿਵੇਂ ਅਸੀਂ ਇਸ ਮਸਲੇ ਦੇ ਉੱਤੇ ਕੋਈ ਨਾ ਕੋਈ ਸਹਿਮਤੀ ਬਣਾਈਏ। ਕਿਸਾਨ ਇਸ ਮਸਲੇ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਨਵਾਂ ਮੋੜ ਕੱਟਦੇ ਆ, ਇਹਦੇ ਵੱਲ ਵੀ ਨਿਗਾਹ ਟਿਕੀ ਰਹਿਣੀ ਹੈ। ਤੇ ਬੀਜੇਪੀ ਆਉਂਦੇ ਸਮੇਂ ਦੇ ਵਿੱਚ ਕੀ ਨਵੀਂ ਯੋਜਨਾ ਘੜਦੀ ਹੈ, ਜਾਂ ਤਾਂ ਕਿਸਾਨਾਂ ਨੂੰ ਇੱਥੋਂ ਤੋਰਨ ਦੀ ਕੋਈ ਨਾ ਕੋਈ ਨਵੀਂ ਸਕੀਮ ਘੜੀ ਜਾਊ ਤੇ ਜਾਂ ਫਿਰ ਕੋਈ ਨਾ ਕੋਈ ਮੰਨਣ ਦੀ ਸਕੀਮ ਘੜੀ ਜਾਊਗੀ। ਪਰ ਮੰਨਣ ਦੇ ਵਿੱਚ ਫਾਇਦਾ ਬੀਜੇਪੀ ਨੂੰ ਵੱਧ ਹੈ, ਕਿਉਂਕਿ ਇਹ ਅੰਦੋਲਨ ਜਿੰਨਾ ਲੰਮਾ ਸਮਾਂ ਚੱਲੂਗਾ ਓਨਾ ਹੀ ਬੀਜੇਪੀ ਦਾ ਵੱਧ ਨੁਕਸਾਨ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਬੰਦੇ ਨੂੰ ਆਪਣਾ ਕੰਮ ਨਿੱਠ ਕੇ ਕਰਨਾ ਚਾਹੀਦਾ, ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਚਾਹੀਦਾ ਤੇ ਹਰ ਗੱਲ ਦੇ ਵਿੱਚ ਟੰਗ ਨਹੀਂ ਫਸਾਉਣੀ ਚਾਹੀਦੀ। ਕੋਈ ਬੰਦਾ ਕਿਸੇ ਕੰਮ ਦੇ ਵਿੱਚ ਮੁਹਾਰਤ ਰੱਖਦਾ, ਕੋਈ ਕਿਸੇ ਕੰਮ ਦੇ ਵਿੱਚ ਮੁਹਾਰਤ ਰੱਖਦਾ। ਜੇ ਅਸੀਂ ਪੱਤਰਕਾਰੀ ਕਰਦੇ ਇਹ ਵੀ ਕਹੀਏ ਵੀ ਫਲਾਣਾ ਕਾਰੋਬਾਰ ਇਉਂ ਨਹੀਂ ਇਉਂ ਹੋਣਾ ਚਾਹੀਦਾ, ਪ੍ਰਾਪਰਟੀ ਡੀਲਰ ਦਾ ਕੰਮ ਇਉਂ ਨਹੀਂ ਹੁੰਦਾ ਇਉਂ ਹੁੰਦਾ, ਵਿਗਿਆਨੀਆਂ ਨੂੰ ਇਉਂ ਨਹੀਂ ਇਉਂ ਕਰਨਾ ਚਾਹੀਦਾ, ਇਹ ਵੀ ਗੱਲ ਗਲਤ ਹੈ। ਕੋਈ ਪੱਤਰਕਾਰੀ ਦੇ ਬਾਰੇ ਬਿਨਾਂ ਵਜ੍ਹਾ ਟਿੱਪਣੀਆਂ ਕਰੇ, ਇਹ ਵੀ ਗਲਤ ਹੈ। ਜਿਹਨੂੰ ਕਿਸਾਨੀ ਬਾਰੇ ਕੁਝ ਪਤਾ ਨਹੀਂ ਉਹ ਕਿਸਾਨਾਂ ਨੂੰ ਅਕਲ ਦੇਵੇ, ਇਹ ਵੀ ਗਲਤ ਹੈ। ਜਿਹਨੂੰ ਡਾਕਟਰੀ ਬਾਰੇ ਕੁਝ ਪਤਾ ਨਹੀਂ ਉਹ ਡਾਕਟਰੀ ਬਾਰੇ ਆਪਣੇ ਸ਼ਬਦ ਮੂੰਹ ਦੇ ਵਿੱਚੋਂ ਕੱਢੇ ਤੇ ਇਹ ਵੀ ਉਸ ਤੋਂ ਵੱਡੀ ਗੱਲ ਹੈ ਤੇ ਗਲਤ ਗੱਲ ਹੈ। ਡਾਕਟਰਾਂ ਦੇ ਬਾਬਤ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਡਾਕਟਰ ਸਾਰੇ ਚੰਗੇ ਨਹੀਂ ਤੇ ਸਾਰੇ ਆਪਾਂ ਮਾੜੇ ਵੀ ਨਹੀਂ ਕਹਿ ਸਕਦੇ। ਉਹਨਾਂ ਡਾਕਟਰਾਂ ਦੀ ਵੀ ਕਮੀ ਨਹੀਂ ਜਿਹੜੇ ਕਿ ਇਸ ਵਕਤ ਨਿੱਠ ਕੇ ਮਿਹਨਤ ਕਰ ਰਹੇ, ਲੋਕਾਂ ਨੂੰ ਬਚਾਉਣ ਦਾ ਕੰਮ ਕਰਦੇ ਆ। ਤੇ ਉਹਨਾਂ ਡਾਕਟਰਾਂ ਦੀ ਗਿਣਤੀ ਕਰਨੀ ਵੀ ਔਖੀ ਹੈ ਜਿਹੜੇ ਕਿ ਇਮਾਰਤਾਂ ਉੱਚੀਆਂ ਕਰੀ ਜਾਂਦੇ ਆ ਹਸਪਤਾਲਾਂ ਦੀਆਂ ਤੇ ਮਰੀਜ਼ਾਂ ਨੂੰ ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਗਾਹਕ ਸਮਝਿਆ ਜਾਂਦਾ ਤੇ ਮਰੇ ਪਏ ਬੰਦੇ ਨੂੰ ਵੀ ਵੈਂਟੀਲੇਟਰ ਦੇ ਉੱਤੇ ਪਾ ਕੇ ਤੇ ਪੈਸੇ ਬਣਾਈ ਜਾਂਦੇ ਆ। ਜਦੋਂ ਮਾਮਲਾ ਖੁੱਲ੍ਹਣ ਜੇ ਲੱਗਦਾ ਫਿਰ ਕਹਿ ਦਿੰਦੇ ਆਈ ਐਮ ਸੌਰੀ, ਅਸੀਂ ਉਹਨੂੰ ਬਚਾ ਨਹੀਂ ਸਕੇ। ਇਹ ਡਰਾਮੇਬਾਜ਼ੀ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ। ਪਰ ਰਾਮਦੇਵ ਵਰਗਾ ਬੰਦਾ ਜਿਹੜਾ ਢਿੱਡ ਘਮਾਉਂਦਾ ਕਪਾਲ ਭੱਤੀਆਂ ਕਰਦਾ ਇਸ ਪਾਸੇ ਨੂੰ ਤੁਰ ਪਿਆ ਵੀ ਅੱਜ ਉਹ ਐਲੋਪੈਥੀ ਦੇ ਉੱਤੇ ਵੀ ਸਵਾਲ ਕਰ ਰਿਹਾ। ਉਹਦੇ ਉੱਤੇ 1000 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਕੀਤਾ ਗਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ। ਇਹ ਗੱਲ ਕਹੀ ਗਈ ਹੈ ਵੀ ਐਲੋਪੈਥੀ ਦੇ ਬਾਬਤ ਇਹ ਬੋਲ ਕੇ ਇਹਨੇ ਆਧੁਨਿਕ ਵਿਗਿਆਨ ਦੇ ਬਾਰੇ, ਆਧੁਨਿਕ ਸਾਇੰਸ ਦੇ ਬਾਰੇ ਇਹੋ ਜਿਹਾ ਧਾਰਨਾ ਪੇਸ਼ ਕੀਤੀ ਆ, ਇਹੋ ਜਿਹਾ ਮਨੋਬਲ ਡੇਗਿਆ ਵੀ ਇਹਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ। ਰਾਮਦੇਵ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਆ। ਇਸ ਆਡੀਓ ਕਲਿੱਪ ਦੇ ਵਿੱਚ ਇਹ ਗੱਲ ਕਹਿ ਰਿਹਾ ਵੀ ਕਿਸੇ ਕੇ ਬਾਪ ਕਾ ਵੀ ਜ਼ੋਰ ਨਹੀਂ ਜੋ ਮੁਝੇ ਗ੍ਰਿਫਤਾਰ ਕਰ ਲਈ। ਕਹਿਣ ਦਾ ਭਾਵ ਇਹ ਆ ਵੀ ਰਾਮਦੇਵ ਜਿਹਨੂੰ ਲੋਕ ਯੋਗ ਗੁਰੂ ਕਹਿੰਦੇ ਆ, ਜਿਹਨੂੰ ਲੋਕ ਬਾਬਾ ਕਹਿੰਦੇ ਆ, ਉਹਨਾਂ ਲੋਕਾਂ ਦੇ ਮੂਹਰੇ ਇੱਕ ਤਸਵੀਰ ਜ਼ਰੂਰ ਆਈ ਹੈ ਵੀ ਇੰਨਾ ਹੰਕਾਰੀ ਨਾ ਤਾਂ ਬਾਬਾ ਹੁੰਦਾ ਤੇ ਨਾ ਇੰਨਾ ਹੰਕਾਰੀ ਗੁਰੂ ਹੁੰਦਾ। ਸੋ ਰਾਮਦੇਵ ਦੇ ਵੱਲੋਂ ਬੋਲੇ ਦੀ ਜਿਹੜੀ ਵੀਡੀਓ ਕਲਿੱਪ ਜਾਰੀ ਹੋਈ ਹੈ, ਇਹਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਐਕਸ਼ਨ ਹੁੰਦਾ, ਇਹ ਕਦੋਂ ਕੁ ਬੋਲੀ ਗਈ ਹੈ, ਇਹਦੇ ਬਾਬਤ ਪੜਤਾਲ ਦੇ ਰਾਹੀਂ ਪਤਾ ਲੱਗੂਗਾ। ਪਰ ਹੁਣ ਇੱਕ ਹੋਰ ਖਬਰ ਆਈ ਹੈ, ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਰਾਮਦੇਵ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ। ਜੇ ਸਾਡੇ ਦੇਸ਼ ਦੇ ਕਿਸੇ ਵੀ ਖੇਤਰ ਨਾਲ ਜੁੜੇ ਹੋਏ ਲੋਕਾਂ ਦੇ ਉੱਤੇ 4 ਟਿੱਪਣੀਆਂ ਕਰ ਦਈਏ, ਬੀਜੇਪੀ ਦੇ ਬਹੁਤ ਸਾਰੇ ਨੇਤਾ ਇਹੋ ਜਿਹੇ ਜਿਹੜੇ ਕਹਿੰਦੇ ਇਸ ਨੇ ਤਾਂ ਦੇਸ਼ ਧਰੋਹ ਦਾ ਕੰਮ ਕੀਆ, ਇਸ ਪਰ ਪਰਚਾ ਦਰਜ ਹੋਣਾ ਚਾਹੀਏ। ਤੇ ਹੁਣ ਰਾਮਦੇਵ ਦੇ ਉੱਤੇ ਦੇਸ਼ ਧਰੋਹ ਦੇ ਪਰਚੇ ਦੀ ਮੰਗ ਕੀਤੀ ਗਈ ਹੈ। ਵੈਸੇ ਹੋਣਾ ਨਹੀਂ, ਕਿਉਂਕਿ ਜਿਨ੍ਹਾਂ ਦੇ ਨਾਲ ਯਾਰੀ ਆ ਉਹਨਾਂ ਨੇ ਆਪੇ ਬਚਾ ਲੈਣਾ। ਜਦੋਂ ਆਪਾਂ ਪ੍ਰਚਾਰ ਹੀ ਉਹਨਾਂ ਦੇ ਹੱਕ ਦੇ ਵਿੱਚ ਬੁਲਾਰਾ ਬਣ ਕੇ ਕੀਤਾ ਤੇ ਆਪਣਾ ਵਿਗੜਨਾ ਕੀ ਆ। ਪਰ ਫਿਰ ਵੀ ਖਬਰ ਤਾਂ ਖਬਰ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਮਦੇਵ ਦੇ ਐਲੋਪੈਥੀ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦੇ ਖਿਲਾਫ ਲਗਾਤਾਰ ਇਹ ਕੇਸ ਜ਼ੋਰ ਫੜਦਾ ਜਾ ਰਿਹਾ। ਹਾਲਾਂਕਿ ਵੱਧ ਰਹੇ ਵਿਵਾਦ ਤੇ ਕੇਂਦਰੀ ਸਿਹਤ ਮੰਤਰੀ ਦੇ ਇਤਰਾਜ਼ ਤੋਂ ਬਾਅਦ ਰਾਮਦੇਵ ਨੇ ਬਿਆਨ ਵਾਪਸ ਲੈ ਲਿਆ ਸੀ। ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ, ਜਿਹਦੇ ਵਿੱਚ ਕਿਹਾ ਗਿਆ ਕਿ ਪਤੰਜਲੀ ਦੇ ਮਾਲਕ ਰਾਮਦੇਵ ਦੀ ਅਗਵਾਈ ਦੇ ਵਿੱਚ ਟੀਕਾਕਰਨ ਖਿਲਾਫ ਝੂਠੇ ਪ੍ਰਚਾਰ ਦੇ ਉੱਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਰਾਮਦੇਵ ਦੇ ਐਲੋਪੈਥੀ ਬਾਰੇ ਬਿਆਨ ਤੋਂ ਬਾਅਦ ਉਹਨਾਂ ਦੇ ਖਿਲਾਫ ਇਹ ਕੇਸ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ। IMA ਨੇ ਇਹ ਗੱਲ ਕਹੀ ਹੈ ਕਿ ਇੱਕ ਵੀਡੀਓ 'ਚ ਦਾਅਵਾ ਕੀਤਾ ਗਿਆ ਕਿ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ, ਦੋਵੇਂ ਡੋਜ਼ ਲੈਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰਾਂ ਤੇ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਇਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ। ਰਾਮਦੇਵ ਨੇ ਐਲੋਪੈਥੀ ਦਵਾਈਆਂ ਬਾਰੇ ਵਿਵਾਦਪੂਰਨ ਬਿਆਨ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਰਾਮਦੇਵ ਨੂੰ ਇੱਕ ਖੱਤ ਲਿਖ ਕੇ ਬਹੁਤ ਮੰਦਭਾਗਾ ਕਿਹਾ ਸੀ ਤੇ ਬਿਆਨ ਵਾਪਸ ਲੈਣ ਦੇ ਲਈ ਕਿਹਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਉੱਤਰਾਖੰਡ ਡਿਵੀਜ਼ਨ ਨੇ ਐਲੋਪੈਥਿਕ ਦਵਾਈ ਬਾਰੇ ਰਾਮਦੇਵ ਦੇ ਤਾਜ਼ਾ ਬਿਆਨਾਂ ਲਈ ਯੋਗ ਗੁਰੂ ਨੂੰ 1000 ਕਰੋੜ ਰੁਪਏ ਦਾ ਮਾਣਹਾਨੀ ਦਾ ਨੋਟਿਸ ਭੇਜਿਆ। ਇਹ ਗੱਲ ਰਾਮਦੇਵ ਦੇ ਵੱਲੋਂ ਐਲੋਪੈਥੀ ਡਾਕਟਰਾਂ ਬਾਰੇ ਟਿੱਪਣੀ ਕਰਨ ਤੋਂ ਬਾਅਦ ਆਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਮਦੇਵ ਦੇ ਵੱਲੋਂ ਹਿੱਕ ਠੋਕ ਕੇ ਗੱਲ ਕਹੀ ਜਾਣਾ ਕਿ ਕਿਸੇ ਕੇ ਬਾਪ ਕਾ ਰਾਜ ਨਹੀਂ ਜੋ ਮੁਝੇ ਗ੍ਰਿਫਤਾਰ ਕਰ ਲੇ। ਇਉਂ ਲੱਗਦਾ ਵੀ ਜਿਵੇਂ ਬਿਲਕੁਲ ਹਿੰਦੀ ਫਿਲਮ ਡਾਊਨ ਚੱਲ ਰਹੀ ਹੈ ਤੇ ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੈ। ਇੱਦਾਂ ਦੀਆਂ ਗੱਲਾਂ ਜਿਵੇਂ ਰਾਮਦੇਵ ਕਰ ਰਿਹਾ ਹੁੰਦਾ, ਇਉਂ ਪ੍ਰਤੀਤ ਹੋ ਰਿਹਾ। ਕੋਈ ਸਧਾਰਨ ਬੰਦਾ, ਕੋਈ ਸੰਤ ਬੰਦਾ, ਕੋਈ ਜਿਹੜਾ ਕਹਿੰਦਾ ਹੋਵੇ ਕਿ ਮੈਂ ਅਧਿਆਤਮਵਾਦ ਦੇ ਨਾਲ ਜੁੜਿਆ ਹੋਇਆ ਵਿਅਕਤੀ ਹਾਂ,
ਜਿਹੜਾ ਕਹਿੰਦਾ ਹੋਵੇ ਕਿ ਮੈਂ ਸੰਸਾਰਕ ਚੱਕਰਾਂ ਤੋਂ ਬਹੁਤ ਉੱਤੇ ਉੱਠ ਚੁੱਕਿਆ, ਉਹਦੇ ਵੱਲੋਂ ਇਹੋ ਜਿਹਾ ਬਿਆਨ ਕਦੇ ਦਿੱਤਾ ਨਹੀਂ ਜਾਂਦਾ। ਜਿਹੜਾ ਵੀ ਬੰਦਾ ਆਪਣੇ ਕੰਮ ਨੂੰ ਕਰਦਿਆਂ ਹੋਰ ਮਸਲਿਆਂ ਦੇ ਵਿੱਚ ਟੰਗ ਫਸਾਊਗਾ, ਉਹਦੇ ਨਾਲ ਉਹੀ ਕੁਝ ਹੁੰਦਾ ਜਿਹੜਾ ਅੱਜ ਕੱਲ੍ਹ ਰਾਮਦੇਵ ਦੇ ਨਾਲ ਹੋ ਰਿਹਾ। ਤੇ ਰਾਮਦੇਵ ਮਸਲੇ ਨੂੰ ਹੱਲ ਕਰਨ ਦੀ ਥਾਂ ਦੇ ਉੱਤੇ ਹੋਰ ਤੂਲ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਵੀ ਤਾਕਤ ਮੇਰੇ ਪੱਖ ਦੇ ਵਿੱਚ ਹੈ, ਸਰਕਾਰਾਂ ਮੇਰੇ ਹੱਥ ਦੇ ਵਿੱਚ ਹੈ। ਜਦੋਂ ਕੋਰੋਨਲ ਦਵਾਈ ਦੇ ਉੱਤੇ 3600 ਕਿਸਮ ਦਾ ਵਿਵਾਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਖੜਾ ਕੀਤਾ ਗਿਆ, ਤਾਂ ਇਸ ਦੇ ਬਾਵਜੂਦ ਨੇੜਤਾ ਦੀ ਗੱਲ ਹੀ ਹੈ ਕਿ ਹਰਿਆਣੇ ਦੇ ਸਿਹਤ ਮੰਤਰੀ ਵੱਲੋਂ ਕਿਹਾ ਜਾ ਰਿਹਾ ਜੀ ਕਿ ਅਸੀਂ 1 ਲੱਖ ਕੋਰੋਨਲ ਕਿੱਟ ਲੈ ਕੇ ਤੇ ਗਰੀਬ ਲੋਕਾਂ ਦੇ ਵਿੱਚ ਤੇ ਆਮ ਲੋਕਾਂ 'ਚ ਹਰਿਆਣੇ ਵੰਡਾਂਗੇ। ਫਿਰ ਇਹ ਗੱਲ ਕਹੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਰੱਬ ਦਾ ਵਾਸਤਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੋ। ਨਾ ਤਾਂ ਇਹ WHO ਦੀ ਸੂਚੀ ਦੇ ਵਿੱਚ ਸ਼ਾਮਲ ਦਵਾਈ ਹੈ ਤੇ ਨਾ ਹੀ ਇਹਨੂੰ ਅਸੀਂ ਮਾਨਤਾ ਦਿੱਤੀ ਹੈ ਤੇ ਨਾ ਹੀ ਇਹਦੇ ਕੋਈ ਟਰਾਇਲ ਦਾ ਪਤਾ ਲੱਗਾ ਹਾਲੇ ਤੱਕ। ਤੇ ਆਪਾਂ ਕਿਹੜੇ ਚੱਕਰਾਂ ਦੇ ਵਿੱਚ ਪਏ ਆ, ਪਰ ਕਿਉਂਕਿ ਖੱਬਾ ਹੱਥ ਸੱਜੇ ਨੂੰ ਧੋਂਦਾ, ਸੱਜਾ ਹੱਥ ਖੱਬੇ ਨੂੰ ਧੋਂਦਾ, ਸਰਕਾਰਾਂ ਰਾਮਦੇਵ ਦੀ ਮਦਦ ਕਰਦੀਆਂ, ਰਾਮਦੇਵ ਸਰਕਾਰਾਂ ਦਾ ਪ੍ਰਚਾਰ ਕਰਦਾ, ਇਸ ਕਰਕੇ ਸਾਰਾ ਕੁਝ ਚੱਲ ਰਿਹਾ। ਪਰ ਆਉਂਦੇ ਸਮੇਂ ਦੇ ਵਿੱਚ ਕੀ ਰਾਮਦੇਵ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਊਗਾ? ਕੀ ਰਾਮਦੇਵ ਆਉਂਦੇ ਸਮੇਂ ਦੇ ਵਿੱਚ ਊਲ ਜਲੂਲ ਟਿੱਪਣੀਆਂ ਕਰਨੀਆਂ ਬੰਦ ਕਰੂਗਾ? ਕੀ ਰਾਮਦੇਵ ਇਸ ਵਕਤ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਬੋਲਦਾ, ਭਾਵੇਂ ਮੁੱਦੇ ਭਟਕਾਉਣ ਦੇ ਲਈ ਬੋਲ ਰਿਹਾ ਹੋਵੇ ਤੇ ਭਾਵੇਂ ਕੋਈ ਹੋਰ ਮਸਲਾ ਹੋਵੇ, ਕੀ ਇਹਨੂੰ ਨੱਥ ਪਊਗੀ? ਸਵਾਲਾਂ ਦਾ ਸਵਾਲ ਇਹ ਆ। ਮੈਂ ਤਾਂ ਕਦੇ ਹੈਰਾਨ ਹੁੰਨਾ, ਜਿਸ ਦਿਨ ਰਾਮਦੇਵ ਨਾ ਬੋਲੇ ਉਸ ਦਿਨ ਕੰਗਣਾ ਰਣੌਤ ਬੋਲਦੀ ਹੈ ਕੁਛ ਨਾ ਕੁਛ, ਜਿਸ ਦਿਨ ਕੰਗਣਾ ਨਾ ਬੋਲੇ ਉਸ ਦਿਨ ਰਾਮਦੇਵ ਜ਼ਿੰਮੇਵਾਰੀ ਸੰਭਾਲਦਾ। ਦੋਵਾਂ ਦੀਆਂ ਆੜਤਾਂ ਲਗਭਗ ਇੱਕੋ ਜਿਹੀਆਂ। ਸੋ ਵਕਤ ਦੱਸੂਗਾ ਕਿ ਰਾਮਦੇਵ ਦਾ ਮਾਮਲਾ ਕਿਹੜੇ ਪਾਸੇ ਨੂੰ ਮੋੜ ਘੱਟਦਾ। ਵਾਰ-ਵਾਰ ਇਹ ਸਵਾਲ ਉੱਠਦਾ ਕਿ ਭਾਰਤ ਦੇ ਵਿੱਚ ਵੈਕਸੀਨ ਘੱਟ ਕਿਉਂ ਆ। ਵਾਰ-ਵਾਰ ਇਹ ਸਵਾਲ ਉੱਠਦਾ ਕਿ ਬਹੁਤ ਸਾਰੀਆਂ ਵੈਕਸੀਨ ਕੰਪਨੀਆਂ ਭਾਰਤ ਨੂੰ ਡੋਜ਼ ਭੇਜਣ ਤੋਂ ਇਨਕਾਰ ਕਿਉਂ ਕਰੀ ਜਾਂਦੀਆਂ ਤੇ ਭਾਰਤ ਦੇ ਵਿੱਚ ਉਸ ਦਵਾਈ ਨੂੰ ਪੈਦਾ ਕਰਨ ਦੇ ਲਈ, ਵੈਕਸੀਨ ਨੂੰ ਪੈਦਾ ਕਰਨ ਦੇ ਲਈ ਸਹਿਮਤੀ ਕਿਉਂ ਨਹੀਂ ਪ੍ਰਗਟਾਈ ਜਾ ਰਹੀ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਆ। ਭਾਰਤ ਦੀ ਭਰੋਸੇਯੋਗਤਾ ਦੇ ਉੱਤੇ ਵੀ ਸਵਾਲ ਆ ਤੇ ਹੋਰ ਵੀ ਵਿੱਚੋਂ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ। ਮੈਂ ਹੈਰਾਨ ਆ ਵੀ ਫੋਟੋ ਪ੍ਰੇਮ ਕੀ ਕੁਝ ਕਰਵਾਉਂਦਾ। ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਆਮ ਲੋਕਾਂ ਵਾਸਤੇ ਯੋਜਨਾ ਸ਼ੁਰੂ ਕੀਤੀ ਜਾਵੇ, ਭਾਵੇਂ ਆਟੇ ਦੀ ਥੈਲੀ ਹੋਵੇ ਉਹਦੇ ਉੱਤੇ ਸੰਬੰਧਿਤ ਮੁੱਖ ਮੰਤਰੀ ਦਾ ਠੱਪਾ, ਜੇ ਦਾਲ ਦੀ ਪੈਕਟ ਦੀ ਗੱਲ ਹੋਵੇ ਉਹਦੇ ਉੱਤੇ ਮੁੱਖ ਮੰਤਰੀ ਦਾ ਠੱਪਾ, ਤੇ ਹੁਣ ਤਾਂ ਪ੍ਰਧਾਨ ਮੰਤਰੀ ਦੀ ਫੋਟੋ ਆ ਜਿਹੜੀ ਉਹ ਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਜਾਰੀ ਕੀਤੇ ਸਰਟੀਫਿਕੇਟ ਦੇ ਉੱਤੇ ਹੱਸਦਿਆਂ ਦੀ ਲੱਗੀ ਹੋਈ ਹੈ। ਹੁਣ ਇਸ ਗੱਲ ਦੇ ਉੱਤੇ ਕਈ ਲੋਕ ਚਿੰਤਤ ਵੀ ਹੈ। ਕਈ ਲੋਕ ਇਹ ਗੱਲ ਕਹਿੰਦੇ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਯਾਰ, ਹਰ ਥਾਂ ਦੇ ਉੱਤੇ ਆਪਣੀ ਤੁਸੀਂ ਮਸ਼ਹੂਰੀ ਥੋੜ੍ਹੀ ਕਰਨੀ ਆ। ਪਰ ਇਹ ਪ੍ਰਧਾਨ ਮੰਤਰੀ ਸਾਹਿਬ ਆ, ਉਹ ਇਉਂ ਹੀ ਕਰਦੇ ਆ, ਪਤਾ ਨਹੀਂ ਕਦੋਂ ਹਟਣਗੇ। ਛੱਤੀਸਗੜ੍ਹ ਤੇ ਝਾਰਖੰਡ ਦੀਆਂ ਸਰਕਾਰਾਂ ਦੇ ਵੱਲੋਂ ਉਹ ਫੋਟੋ ਲਾ ਦਿੱਤੀ ਗਈ ਹੈ ਸਰਟੀਫਿਕੇਟ ਤੋਂ, ਤੇ ਪੰਜਾਬ ਦੀ ਸਰਕਾਰ ਨੇ ਵੀ ਲਾਉਣ ਦੀ ਗੱਲ ਕੀਤੀ। ਉਹ ਕਹਿੰਦੇ ਵੀ ਦਵਾਈ ਤਾਂ ਅਸੀਂ ਮੁੱਲ ਲੈਂਦੇ ਵੈਕਸੀਨ ਤੇ ਪ੍ਰਚਾਰ ਕਰੀਏ ਮੋਦੀ ਦਾ। ਇਹ ਕਿਉਂ? ਇਉਂ ਨਹੀਂ ਹੋਣਾਗਾ। ਪਰ ਬਹੁਤ ਕੁਝ ਚੱਲਦਾ, ਇਹਦਾ ਨਹੀਂ ਹੋਣਾ ਚਾਹੀਦਾ। ਨਵੀਂ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਯੂਪੀ ਦੇ ਵਿੱਚ ਸਿਹਤ ਮੰਤਰੀ ਹੈ ਜਿਹੜੇ ਸੂਬੇ ਦੇ ਸਿਹਤ ਮੰਤਰੀ, ਉਹਨਾਂ ਨੇ ਆਪਣੇ ਹਲਕੇ ਦੇ ਵਿੱਚ, ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਕਾਰਾ ਹੋ ਗਿਆ। ਡਾਕਟਰਾਂ ਦੇ ਵੱਲੋਂ 20 ਲੋਕਾਂ ਦੇ ਪਹਿਲਾਂ ਇੱਕ ਵੈਕਸੀਨ ਲਾ ਦਿੱਤੀ ਗਈ, ਜਦੋਂ ਦੁਬਾਰਾ ਦੂਜੀ ਡੋਜ਼ ਲੈਣ ਦੇ ਲਈ ਆਏ ਉਦੋਂ ਦੂਜੀ ਕੰਪਨੀ ਦੀ ਲਾ ਦਿੱਤੀ ਗਈ ਹੈ। ਉਹਨਾਂ ਲੋਕਾਂ ਦੀ ਸਿਹਤ ਸੰਕਟ ਦੇ ਵਿੱਚ ਪਾ ਦਿੱਤੀ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਦੇ ਗ੍ਰਹਿ ਨਿਵਾਸ ਦੇ ਵਿੱਚ ਸਿਹਤ ਵਿਭਾਗ ਦੀ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਇੱਕ ਪਿੰਡ ਦੇ 20 ਲੋਕਾਂ ਦੇ 2 ਅੱਡ-ਅੱਡ ਕੰਪਨੀਆਂ ਦੀ ਵੈਕਸੀਨ ਲਗਾ ਦਿੱਤੀ ਗਈ ਹੈ। ਇਹਨਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਕੋਵਿਸ਼ੀਲਡ ਦੀ ਲਾਈ ਗਈ ਸੀ, ਫਿਰ ਦੂਜੀ ਡੋਜ਼ ਕੋਵੈਕਸੀਨ ਦੀ ਲਾ ਦਿੱਤੀ ਗਈ ਹੈ। ਡਾਕਟਰਾਂ ਦਾ ਕਹਿਣਾ ਕਿ ਇਹਨਾਂ ਦੀ ਸਿਹਤ ਦੇ ਉੱਤੇ ਕੀ ਅਸਰ ਪੈਂਦਾ ਇਹ ਵਕਤ ਬਿਆਨ ਕਰੇਗਾ। ਦੂਜੇ ਪਾਸੇ CMO ਦਾ ਕਹਿਣਾ ਕਿ ਦੋਸ਼ੀਆਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ। ਵੈਕਸੀਨ ਲਵਾਉਣ ਵਾਲੇ ਇੱਕ ਪੇਂਡੂ ਵਿਅਕਤੀ ਨੇ ਕਿਹਾ ਕਿ ਉਹਨਾਂ ਪਹਿਲੀ ਵਾਰ ਕੋਵਿਸ਼ੀਲਡ ਲਵਾਈ ਸੀ ਤੇ ਦੂਜੀ ਡੋਜ਼ ਕੋਵੈਕਸੀਨ ਦੀ ਲਾ ਦਿੱਤੀ ਗਈ ਹੈ। ਇਸ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਸੈਂਟਰ ਦੇ ਵਿੱਚ ਵੈਕਸੀਨ ਖਤਮ ਹੋ ਗਈ। ਸਿਹਤ ਕਰਮਚਾਰੀ ਜਦੋਂ ਡਾਕਟਰ ਦੇ ਕੋਲ ਪਹੁੰਚੇ ਤਾਂ ਡਾਕਟਰਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਗਲਤ ਵੈਕਸੀਨ ਲਾ ਦਿੱਤੀ ਗਈ ਹੈ। ਇਹਨਾਂ ਸਾਰਿਆਂ ਨੇ 2 ਅਪ੍ਰੈਲ ਨੂੰ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ 14 ਮਈ ਨੂੰ ਦੂਜੀ ਡੋਜ਼ ਦੇ ਵਿੱਚ ਕੋਵਿਸ਼ੀਲਡ ਦੀ ਥਾਂ ਕੋਵੈਕਸੀਨ ਲਾ ਦਿੱਤੀ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਹੁਣ ਤੱਕ ਬਹੁਤ ਵਾਰ ਹੋਈਆਂ। ਰੈਮਡੀਸਿਵਰ ਟੀਕੇ ਦੇ ਵਿੱਚ ਪਾਣੀ ਭਰ ਕੇ ਲੋਕਾਂ ਨੇ ਲਾਇਆ ਜਾ ਰਿਹਾ, ਇਹ ਵੀ ਸਿਰਫ ਭਾਰਤ ਦੇ ਵਿੱਚ ਹੀ ਹੁੰਦਾ। ਆਕਸੀਜਨ ਦਾ ਸਿਲੰਡਰ ਕਿਸੇ ਨੂੰ ਦੇ ਦਿੱਤਾ ਜਾਂਦਾ ਵੀ ਆ ਜਾ ਕੇ ਮਰੀਜ਼ ਦੇ ਨੱਕ ਨੂੰ ਲਾ ਦਿਓ ਮਾਸਕ, ਪਰ ਉਹ ਸਿਲੰਡਰ ਦੇ ਵਿੱਚ ਆਕਸੀਜਨ ਨਹੀਂ ਹੁੰਦੀ। ਹੁਣ ਇਹ ਗੱਲ ਕਹੀ ਜਾ ਰਹੀ ਹੈ ਵੀ ਸਪੁਤਨਿਕ 20 ਟੀਕਾ ਜਿਹੜਾ ਉਹ ਭਾਰਤ ਦੇ ਵਿੱਚ ਬਣਾਉਣ ਦੀ ਆਗਿਆ ਹੋਵੇ। ਪਤਾ ਕੋਈ ਨਹੀਂ, ਸ਼ੀਸ਼ੀ ਉਹਨਾਂ ਦੀ ਹੋਵੇ, ਵਿੱਚ ਪਾਣੀ ਜਾਂ ਕੁਝ ਹੋਰ ਭਰਿਆ ਹੋਵੇ। ਇੱਦਾਂ ਭਾਰਤ ਦੇ ਵਿੱਚ ਚੱਲਦਾ ਤੇ ਪਤਾ ਨਹੀਂ ਕਦੋਂ ਖਤਮ ਹੋਊਗਾ। ਪਰ ਇਹ ਤਾਂ ਲੋੜੇ ਦੀ ਗੱਲ ਆ ਵੀ ਇਸ ਵਕਤ ਇੱਕ ਵਾਰ ਕੋਈ ਹੋਰ ਡੋਜ਼ ਲਾ ਦਿਓ, ਇੱਕ ਵਾਰ ਦੂਜੀ ਕੰਪਨੀ ਦੀ ਲਾ ਦਿਓ। ਲਖਨਊ ਦੇ ਵਿੱਚੋਂ ਇੱਕ ਹੋਰ ਖਬਰ ਆਈ ਹੈ। ਇੱਥੇ ਇੱਕ ਨਰਸ ਆ ਜਿਹੜੀ ਉਹ ਗੱਲ ਕਰ ਰਹੀ ਹੈ ਫੋਨ ਦੇ ਉੱਤੇ। ਉਹਨੇ ਇੱਕ ਵਿਅਕਤੀ ਦੇ, ਇੱਕ ਔਰਤ ਦੇ ਟੀਕਾ ਲਾਤਾ, ਵੈਕਸੀਨ ਲਾਈ ਹੈ, ਪਰ 5 ਮਿੰਟ ਦੇ ਵਿੱਚ ਫਿਰ ਉਸੇ ਔਰਤ ਦੇ ਟੀਕਾ ਲਾਤਾ, ਵੈਕਸੀਨ ਲਾਤੀ ਹੈ। ਉਹਨੂੰ ਚੇਤਾ ਹੀ ਨਹੀਂ ਰਿਹਾ ਵੀ ਇਸੇ ਔਰਤ ਨੇ ਮੈਂ ਪਹਿਲਾਂ ਵੀ ਲਾਈ ਹੈ ਵੈਕਸੀਨ, ਇੱਕ ਵਾਰੀ ਮੈਂ ਫਿਰ ਉਹਦੇ ਲਾ ਰਹੀ ਹਾਂ। 5 ਮਿੰਟ ਦੇ ਵਿੱਚ ਦੂਜੀ ਡੋਜ਼ ਵੀ ਲਾ ਦਿੱਤੀ ਗਈ ਹੈ। ਸੋ ਉਸ ਔਰਤ ਦਾ ਕੋਈ ਨੁਕਸਾਨ ਨਾ ਹੋਵੇ, ਇਸ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਗਿਆ। ਹੁਣ ਜਿਹੜੀ ਇਹ ਖਬਰ ਹੈ ਵੀ ਸਿਹਤ ਮੰਤਰੀ ਦੇ ਆਪਣੇ ਇਲਾਕੇ ਦੇ ਵਿੱਚ ਸਾਰਾ ਕੁਝ ਹੋ ਰਿਹਾ ਤੇ ਯੂਪੀ ਬਹੁਤ ਵੱਡਾ ਭਾਰਤ ਦਾ ਪਹਿਲੇ ਨੰਬਰ ਦਾ ਸੂਬਾ,
ਉੱਥੇ ਸਿਹਤ ਸੇਵਾਵਾਂ ਕਿਹੋ ਜਿਹੀਆਂ ਆਪਾਂ ਸਾਰਾ ਕੁਝ ਜਾਣਦੇ ਹਾਂ। ਪਰ ਜੇਕਰ ਇਦਾਂ ਦਾ ਕੁਝ ਹੁੰਦਾ ਰਹੂਗਾ ਤਾਂ ਭਾਰਤ ਦੇ ਲੋਕ ਤੰਦਰੁਸਤ ਕਿਵੇਂ ਹੋਣਗੇ। ਬਹੁਤ ਇਹੋ ਜਿਹੀਆਂ ਮੰਦੜੀਆਂ ਖਬਰਾਂ ਆਉਂਦੀਆਂ ਜਿਹੜੀਆਂ ਚਿੰਤਾ ਦੇ ਸਾਗਰ ਦੇ ਵਿੱਚ ਗੋਤਾ ਲਵਾ ਜਾਂਦੀਆਂ ਵੀ ਆਹ ਸਾਰੇ ਨਮੂਨੇ ਭਾਰਤ ਦੇ ਵਿੱਚ ਹੀ ਪੈਦਾ ਹੋਣੇ ਸੀ। ਆ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਇਹ ਵੀ ਨਮੂਨੇ ਹੀ ਆ, ਇਹ ਹੋਰ ਗ੍ਰਹਿ ਦੇ ਉੱਤੇ ਕਿਉਂ ਨਹੀਂ, ਭਾਰਤ ਦੇ ਵਿੱਚ ਹੀ ਕਿਉਂ ਆ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ, ਜਿਹੜਾ ਕਿ ਕੀਤਾ ਜਾ ਰਿਹਾ। ਇਹ ਪਤਾ ਨਹੀਂ ਕਦੋਂ ਰੋਕ ਲੱਗੂਗੀ, ਪਰ ਭਾਰਤ ਦੇ ਲੋਕਾਂ ਨੂੰ ਇਸ ਵਕਤ ਸੁਜੱਗ ਹੋਣਾ ਚਾਹੀਦਾ ਤੇ ਕੇਂਦਰ ਦੀ ਸਰਕਾਰ ਨੂੰ ਤੇ ਸੂਬਾਈ ਸਰਕਾਰਾਂ ਨੂੰ ਇਸ ਵਕਤ ਜਵਾਬ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਕਰਨ ਦੀ ਲੋੜ ਹੈ, ਕਿਉਂਕਿ ਜਾਨ ਹੈ ਤਾਂ ਜਹਾਨ ਹੈ, ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਕਰਨਾ ਚਾਹੀਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।